जा कहो हर रंग लागो इस जुग नह, सो कहियत है सूरा। आत्म जिणै सगल वस ताकै, जाका सतगुर पूरा। ठाकुर गाइयै आत्म रंग, सरणी पावन नाम ध्यावन। सहज समावन संग, जन के चरण बसे मेरा हियर। संग पुनीता देहि, जन की धूर देहो कृपा निध। नानक कै सुख एहि, धन जियो तिह को जग मैं। मुख ते हर चित मैं जुद विचार। देह अनित न नित रहै, जस नाव चढ़ै भव सागर तारै। धीरज धाम बनाए यह तन, बुध सो दीपक ज्यों उजियारै। ज्ञान है कि बढ़नी मनों हाथ लै, कातुरता कुतवार बुहारै। बाणी गुरु गुरु है बाणी, विच बाणी अमृत सारे। गुरबाणी कहै सेवक जन मानै, प्रतख गुरु निस्तारे। सतनाम श्री वाहिगुरु साहिब जी। गौड़ी महला पंजवा। प्रभ मिलबे काओ प्रीत मन लागी, पाए लगाओ मोहे करो बेनती। को संत मिलै बड़ भागी, प्रभ मिलबे काओ प्रीत मन लागी। पाए लगाओ मोहे करो बेनती। को संत मिलै बड़ भागी। रहाओ मन अर्पो धन राखो आगे, मन की मत मोहे सगल त्यागी। जो प्रभ की हर कथा सुनावै, अन दिन फिरो तिस पिछै विरागी। पूर्व कर्म अंकुर जब प्रगटे, भेटियो पुरख रसक बैरागी। मिट्यो अंधेर मिलत हर नानक, जन्म जन्म की सोई जागी। पूर्व कर्म अंकुर जब प्रगटे, भेटियो पुरख रसक बैरागी। मिट्यो अंधेर मिलत हर नानक, जन्म जन्म की सोई जागी। वाहिगुरु जी का खालसा, वाहिगुरु जी की फतेह। परम सन्मान सत्कारयोग सतगुरु की साजी नवाजे गुरु रूप गुरु खालसा साध संगत जी वडभागे हाँ। हर हफ्ते की तरह गुरु के पावन हजूर सजे हुए सुंदर दीवान दियां हाजरियां भरदियां होया सतगुरु सच्चे पातशाह जी की पवित्र पावन अमृत बाणी श्री सुखमनी साहब जी के पाठ सरवण कीते हन। उपरंत ऐसा कीर्तन कर मन मेरे, इहा उहा जो काम तेरा। हर कीर्तन सुनै हर कीर्तन गावै, तिस जन दुख निकट नहीं आवै। गुरबाणी शब्द कीर्तन राही गुरु चरणों विच हाजरियां लवाइयां ने। उपरंत चलते हुए गुरु नानक प्रकाश ग्रंथ विचों जो बच्चे इतिहास की कथा आप जी नाल साझ पाउंदे हन। साखी का प्रसंग जिस प्रकार धन गुरु नानक देव साहब जी महाराज बियाबान शमशान भूमिका विच बैठे ने। अपने लेखे जोखे का हिसाब 760 रुपये जो वधे सन नवाब को रख के कि ये पैसे साधुआं संतां दे लंगर पानी की सेवा विच ला देने। घर की खबरसार तो असंग हो के जाके बैठ गए ने।
ਪਿਛੇ ਪ੍ਰਸੰਗ ਸਰਵਣ ਕੀਤਾ ਸੀ ਕਿ ਮੂਲਚੰਦ ਖੱਤਰੀ ਮਾਤਾ ਸੁਲੱਖਣੀ ਜੀ ਦੇ ਪਿਤਾ ਆਪਣੇ ਨਾਲ ਪੰਡਤ ਨੂੰ ਲੈ ਕੇ ਆਏ। ਗੱਲਾਂ ਬਾਤਾਂ ਵਿਚਾਰ ਗੋਸ਼ਟੀ ਹੋਈ, ਪਰ ਕਿਸੇ ਪ੍ਰਕਾਰ ਵੀ ਮੂਲਚੰਦ ਜੀ ਆਪਣੀ ਗੱਲ ਦੇ ਉੱਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਾਜੀ ਨਾ ਕਰ ਸਕੇ। ਉੱਥੋਂ ਨਿਰਾਸ਼ ਹੋ ਕੇ ਚਲੇ ਗਏ। ਪਤਾ ਲੱਗਣ ਤੋਂ ਨਵਾਬ ਦੌਲਤ ਖਾਂ ਕੋਲੇ ਗਏ ਨੇ ਕਿ ਨਾਨਕ ਦੇ ਵਧੇ ਹੋਏ ਪੈਸੇ ਮੈਨੂੰ ਦੇ ਦਿਓ, ਮੈਂ ਉਹਨਾਂ ਦੇ ਪਰਿਵਾਰ ਬੱਚਿਆਂ ਨੂੰ ਦੇਵਾਂ, ਉਹਨਾਂ ਦੀ ਉਪਜੀਵਿਕਾ ਚੱਲੇਗੀ। ਉਸ ਹਾਲਾਤ ਵਿੱਚ ਨਵਾਬ ਨੇ ਜਵਾਬ ਦਿੱਤਾ ਵੀ ਨਹੀਂ ਜੀ, ਉਹ ਤੇ ਸਾਨੂੰ ਕਹਿ ਕੇ ਗਏ ਨੇ ਕਿ ਇਹ ਪੈਸੇ ਸਾਧੂਆਂ ਫਕੀਰਾਂ ਦਾ ਭੋਜਨ ਛਕਾ ਦਿਓ। ਫਿਰ ਮੂਲਚੰਦ ਜੀ ਕਹਿੰਦੇ ਨੇ ਕਿ ਉਹਦੀ ਕਿਹੜੀ ਗੱਲ ਕਰਦੇ ਹੋ, ਉਹਦੇ ਅੰਦਰ ਤੇ ਪਤਾ ਨਹੀਂ ਕੀ ਭੂਤ ਆ ਗਿਆ, ਬੈਤਾਲ ਆ ਗਿਆ, ਉਹ ਤੇ ਕਮਲਾ ਰਮਲਾ ਹੋ ਗਿਆ, ਘਰ-ਬਾਰ ਛੱਡ ਕੇ ਚਲਿਆ ਗਿਆ, ਸ਼ਮਸ਼ਾਨ ਭੂਮਿਕਾ ਵਿੱਚ ਬੈਠਾ ਹੋਇਆ, ਕੋਈ ਹੋਸ਼ ਨਹੀਂ ਉਹਨੂੰ ਸਰੀਰ ਦੀ, ਉਹ ਤਾਂ ਮਸਤਾਨਾ ਹੈ, ਜੋ ਕੁਝ ਮੂੰਹ ਆਉਂਦਾ ਬੋਲੀ ਜਾਂਦਾ। ਇਹ ਗੱਲ ਸੁਣ ਕੇ ਲਾਗੇ ਬੈਠੇ ਇੱਕ ਹੋਰ ਸਲਾਹਕਾਰ ਕੋਲੋਂ ਨਵਾਬ ਦੌਲਤ ਖਾਂ ਨੇ ਸਲਾਹ ਮੰਗੀ ਹੈ ਵੀ ਤੂੰ ਦੱਸ ਕੀ ਹੋਣਾ ਚਾਹੀਦਾ। ਉਹਨੇ ਅੱਗਿਓਂ ਨੇਕ ਸਲਾਹ ਦਿੱਤੀ। ਕਹਿਣ ਲੱਗੇ ਪਹਿਲੀ ਗੱਲ ਤੇ ਸਾਨੂੰ ਪਤਾ ਕਰਨਾ ਚਾਹੀਦਾ ਵੀ ਵਾਕਿਆ ਇਹਦੀ ਗੱਲ ਕਹਿਣ ਅਨੁਸਾਰ ਨਾਨਕ ਕਮਲਾ ਹੋ ਗਿਆ। ਜੇ ਤੇ ਉਹ ਕਮਲਾ ਹੋ ਗਿਆ ਫੇਰ ਤਾਂ ਇਹਦੇ ਪੈਸੇ ਇਹਨੂੰ ਦੇ ਦਿੱਤੇ ਜਾਣ, ਤੇ ਜੇ ਉਹ ਠੀਕ ਹੈ ਤੇ ਫਿਰ ਜੋ ਉਹ ਕਹੇ ਉੱਥੇ ਦੇਣੇ ਚਾਹੀਦੇ ਨੇ। ਮੁੱਲਾ ਨੂੰ ਭੇਜਿਆ। ਜਿਹੜਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ ਕਿ ਮੁੱਲਾ ਆਪਣੇ ਹਿਸਾਬ ਕਿਤਾਬ ਨਾਲ ਜੋ ਭੂਤ ਪ੍ਰੇਤ ਕਿਸੇ ਵਿੱਚ ਵੜਿਆ ਹੋਵੇ ਤੇ ਉਹਦੇ ਕੱਢਣ ਦੀ ਤਿਆਰੀ ਕਰਦਾ। ਝਾੜਾ ਆਦਿ ਕਰਨਾ, ਖੰਭ ਆਦਿਕ ਲੈ ਕੇ ਜਾਣੇ, ਉਹਦੇ ਸਿਰ ਤੇ ਫੇਰਨੇ, ਅੱਗ ਦੀ ਧੂਣੀ ਲਾ ਕਰਕੇ ਪਲੀਤਾ ਲਾਉਣਾ। ਇਹਦੇ ਅਨੁਸਾਰ ਜਦੋਂ ਮੁੱਲਾ ਜਾ ਰਿਹਾ ਹੈ ਉਹਨਾਂ ਸ਼ਮਸ਼ਾਨ ਭੂਮਿਕਾ ਵੱਲ ਨੂੰ, ਤੇ ਸਾਰੇ ਪਿੰਡ ਦੇ ਲੋਕ ਤਮਾਸ਼ਗੀਰ ਵੀ ਮਗਰ ਚੱਲ ਪਏ ਵੀ ਅੱਜ ਨਾਨਕ ਦੇ ਭੂਤ ਨਿਕਲਣੇ ਨੇ। ਜਾ ਕਰਕੇ ਉਹਨੇ ਜਦੋਂ ਮੂੰਹ ਨੂੰ ਅੱਗ ਦਿੱਤੀ, ਨਾਸਕਾਂ ਦੇ ਲਾਗੇ ਕੀਤੀ, ਮਹਾਰਾਜ ਦੇ ਨੇਤਰ ਖੁੱਲ ਗਏ। ਨੇਤਰ ਖੋਲਣ ਤੋਂ ਬਚਨ ਆਇਆ ਬਾਣੀ ਦੇ ਹੁਣ ਜੋ ਸ਼ਬਦ ਸਰਵਣ ਕੀਤੇ ਨੇ, ਤੇ ਜਦੋਂ ਮਹਾਰਾਜ ਨੇ ਬਾਣੀ ਦਾ ਸ਼ਬਦ ਉਚਾਰਨ ਕੀਤਾ ਤੇ ਸਾਰੇ ਇਕੱਠੇ ਹਜੂਮ ਨੇ ਰੌਲਾ ਪਾ ਦਿੱਤਾ, ਭੂਤ ਬੋਲ ਪਿਆ, ਭੂਤ ਬੋਲ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਉਸ ਮੁੱਲਾ ਨੂੰ, ਉਪਦੇਸ਼ ਦੇ ਕੇ ਕਿ ਕੋਈ ਆਖਾ ਭੂਤ ਨਾ ਕੋ ਕਹਿ, ਬੇਤਾਲਾ ਵਾਲਾ ਸ਼ਬਦ ਉਚਾਰਨ ਕਰਕੇ ਸੱਚੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਪਿਆਰ ਦੀ ਦੀਵਾਨਗੀ ਕੀ ਹੁੰਦੀ ਏ, ਪਰਮੇਸ਼ਰ ਦੇ ਪਿਆਰ ਵਾਲਿਆਂ ਦਾ ਜੀਵਨ ਰੂਪ ਕੀ ਹੁੰਦਾ ਹੈ, ਉਹਨੂੰ ਸੰਸਾਰ ਵਾਲੇ ਵਾਕਿਆ ਹੀ ਕਮਲਾ ਰਮਲਾ ਹੀ ਕਹਿੰਦੇ ਨੇ। ਇਹ ਮੁੱਲਾ ਜੀ, ਜੇ ਰੱਬ ਪਰਮਾਤਮਾ ਨੂੰ ਮਿਲਣਾ ਹੈ, ਜੇ ਅੱਲਾਹ ਤੇ ਖੁਦਾ ਦਾ ਮਿਲਾਪ ਕਰਨਾ, ਤੇ ਇਸੇ ਰਾਹ ਤੁਰ ਕਰਕੇ ਪਰਮੇਸ਼ਰ ਦੇ ਭੈ ਵਿੱਚ ਦੀਵਾਨਾ ਹੋਣਾ ਪੈਣਾ ਹੈ। ਖੈਰ ਲੰਬੀ ਵਿਚਾਰ ਸੀ। ਉਹਦੇ ਅਨੁਸਾਰ ਜਿਵੇਂ ਜਿਵੇਂ ਇਸ ਮੁੱਲਾ ਨੂੰ ਸਮਝ ਪਈ, ਮਹਾਰਾਜ ਸਾਹਿਬ ਦੇ ਸਾਨਮੁਖ ਮੱਥਾ ਟੇਕ ਕੇ ਬੇਨਤੀਆਂ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮੈਂ ਭੁੱਲਿਆ ਰਿਹਾ, ਤੁਹਾਨੂੰ ਇੱਕ ਆਮ ਮਨੁੱਖ ਸਮਝ ਕੇ ਸਭ ਕੁਝ ਕਰਦਾ ਰਿਹਾ, ਅੱਜ ਆਪ ਜੀ ਦੇ ਅੰਮ੍ਰਿਤ ਉਪਦੇਸ਼ ਨਾਲ ਸਮਝ ਲੱਗੀ ਤੁਸੀਂ ਤੇ ਖੁਦਾ ਦਾ ਰੂਪ ਹੋ, ਕਿਰਪਾ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਸੀਲੇ ਨੇਤਰਾਂ ਦੀ ਨਿਗਾਹ ਨਾਲ ਨਿਹਾਲ ਕੀਤਾ। ਉਸ ਮੁੱਲਾਂ ਦੇ ਜੰਮਣ ਮਰਨ ਦੇ ਸਾਰੇ ਬੰਧਨ ਕੱਟੇ, ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਨਵਾਜਿਆ। ਉਹ ਨਿਹਾਲ ਹੋ ਕੇ ਪਿੰਡ ਵੱਲ ਨੂੰ ਗਿਆ ਹੈ। ਹੁਣ ਜਾ ਕੇ ਨਵਾਬ ਦੌਲਤ ਖਾਨ ਨੂੰ ਕੀ ਸੁਨੇਹਾ ਦੇਗਾ ਵੀ ਨਾਨਕ ਨੇ ਕੀ ਸਾਨੂੰ ਦੱਸਿਆ, ਉਹ ਅਗਲਾ ਪ੍ਰਸੰਗ ਅੱਗੇ ਸਰਵਣ ਕਰਾਂਗੇ। ਇਹ ਚੱਲਦੇ ਹੋਏ ਇਤਿਹਾਸ ਦੇ ਪ੍ਰਸੰਗ ਦੀ ਲੜੀ ਗੁਰੂ ਚਰਨਾਂ ਵਿੱਚ ਸਰਵਣ ਕਰਕੇ ਹਾਜ਼ਰੀ ਲਵਾਈ ਹੈ। ਸੋ ਆਓ ਜਿੱਥੇ ਹੁਣ ਸਮਾਂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਚੱਲਦੀ ਹੋਈ ਹੈ ਪੜ੍ਹੇ ਗਏ ਜੋ ਆਪਾਂ ਆਰੰਭਤਾ ਵਿੱਚ ਬਾਣੀ ਦੇ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਉਸ ਪਵਿੱਤਰ ਸ਼ਬਦ ਦੀ ਵਿਚਾਰ ਵਿੱਚ ਜੁੜਾਂਗੇ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਮੁਬਾਰਕ ਬਚਨ ਆ ਰਹੇ ਨੇ। ਬਚਨ ਨੇ ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ। ਹੁਣ ਅਸਲ ਵਿੱਚ ਇਸ ਸ਼ਬਦ ਦੀ ਵਿਆਖਿਆ ਬੜੀ ਹੈ, ਕਿਉਂਕਿ ਇਸ ਵਿਆਖਿਆ ਦੇ ਨਾਲ ਜਿਨ੍ਹਾਂ ਨੇ ਪਿਛਲੇ ਸ਼ਬਦ ਦੀ ਵਿਆਖਿਆ ਸੁਣੀ ਹੈ ਉਹਦੇ ਵਿੱਚ ਵੀ ਆਇਆ ਸੀ ਕਿ ਖੋਜਤ ਭਈ ਬੈਰਾਗਨ ਹਰ ਦਰਸ਼ਨ ਕਉ ਪ੍ਰਭ ਦਰਸ਼ਨ ਕਉ ਹੋ ਫਿਰਤ ਦਸਾਈ। ਕਹਿਣ ਲੱਗੀ ਮੈਂ ਲੱਭਦੀ ਹਾਂ ਉਸ ਪ੍ਰਮਾਤਮਾ ਨੂੰ, ਭਾਵੇਂ ਉਹਨੂੰ ਅੱਲਾ ਕਹਿ ਲਾ, ਭਾਵੇਂ ਭਗਵਾਨ ਕਹਿ ਲਾ, ਭਾਵੇਂ ਖੁਦਾ ਕਹਿ ਲਾ, ਭਾਵੇਂ ਅਕਾਲ ਪੁਰਖ ਕਹਿ ਲਾ। ਕਹਿਣ ਲੱਗੀ ਮੇਰੀ ਜਿੰਦ ਰੂਪੀ ਪਟਰਾਣੀ, ਜਿੰਦ ਰੂਪੀ ਇਹ ਵਹੁਟੀ ਬਣ ਕੇ ਆਪਣੇ ਮਹਾਰਾਜੇ ਆਪਣੇ ਪ੍ਰਮਾਤਮਾ ਪਰਮੇਸ਼ਰ ਨੂੰ ਖੋਜਦੀ ਫਿਰਦੀ ਏ। ਖੋਜਿਆ ਹੈ ਵੇਦਾਂ ਵਿੱਚ, ਖੋਜਿਆ ਹੈ ਪੁਰਾਣਾਂ ਵਿੱਚ, ਖੋਜਿਆ ਹੈ ਤੀਰਥਾਂ ਤੇ ਯਾਤਰਾ ਕਰਕੇ, ਖੋਜਿਆ ਹੈ ਸਿਮਰਤੀਆਂ ਵਿੱਚ ਜਾ ਕੇ, ਸਾਰੇ ਗ੍ਰੰਥਾਂ ਦਾ ਅਧਿਐਨ ਕਰਕੇ ਖੋਜਿਆ, ਸਾਰੇ ਤੀਰਥਾਂ ਦਾ ਅਧਿਐਨ ਕਰਕੇ ਖੋਜਿਆ, ਤਪ ਕਰਕੇ ਖੋਜਿਆ, ਯੋਗਾ ਅਭਿਆਸ ਕਰਕੇ ਖੋਜਿਆ, ਯੋਗਾ ਅਭਿਆਸ ਦੇ ਨਾਲ ਸੋ ਇੜਾ ਪਿੰਗਲਾ ਔਰ ਸੁਖਮਨਾ ਆਦਿਕ ਨਾਰੀਆਂ ਨੂੰ ਖੋਜਿਆ,
ਜਾਂ ਇਸੇ ਤਰ੍ਹਾਂ ਰੇਚਕ, ਪੂਰਕ, ਕੁੰਭਕ ਆਦਿਕ ਨਾਰੀਆਂ ਨੂੰ ਖੋਜਿਆ। ਸਭ ਕੁਝ ਖੋਜਦੀ ਰਹੀ, ਲੱਭਦੀ ਰਹੀ, ਪਰ ਜਿਨ੍ਹਾਂ ਜਿਨ੍ਹਾਂ ਨੂੰ ਇਹਦੇ ਵਿੱਚੋਂ ਜੋ ਕੁਝ ਚਾਹੀਦਾ ਸੀ ਉਹ ਮਿਲ ਗਿਆ। ਕਿਸੇ ਨੂੰ ਰਿਧੀਆਂ ਮਿਲ ਗਈਆਂ, ਉਹ ਰਿਧੀਆਂ ਦੇ ਪਰਚਾਵੇ ਵਿੱਚ ਰੁਲ ਗਿਆ। ਕਿਸੇ ਨੂੰ ਸਿੱਧੀਆਂ ਮਿਲ ਗਈਆਂ, ਉਹ ਸਿੱਧੀਆਂ ਦੇ ਪਰਚਾਵੇ ਵਿੱਚ ਚਲਿਆ ਗਿਆ। ਕਿਸੇ ਨੂੰ ਦੂਸਰੇ ਦੇ ਸਰੀਰ ਵਿੱਚ ਪ੍ਰਵੇਸ਼ ਹੋਣ ਦੀ ਤਾਕਤ ਮਿਲ ਗਈ। ਮਛਿੰਦਰਨਾਥ ਵਰਗੇ ਰਾਜੇ ਸ਼ਿਵਨਾਭ ਦੇ ਪਿਓ ਅਮਰੂ ਰਾਜੇ ਦੀ ਮੁਰਦਾਂ ਦੇ ਵਿੱਚ ਪ੍ਰਵੇਸ਼ ਹੋ ਕੇ ਰੰਗ ਮਾਣਦੇ ਰਹੇ। ਇਹ ਸਭ ਕੁਝ ਹੋਇਆ, ਪਰ ਕਹਿਣ ਲੱਗੇ ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕੋ ਹੋਰ ਪਿਰਸਤ ਸਾਈ। ਸੱਚੇ ਪਾਤਸ਼ਾਹ ਮੈਨੂੰ ਇਹ ਕੁਝ ਨਹੀਂ ਚਾਹੀਦਾ, ਮੈਂ ਲੱਭਦੀ ਲੱਭਦੀ, ਮੈਂ ਭਾਲਦੀ ਭਾਲਦੀ ਤੇਰੇ ਦਰਸ਼ਨਾਂ ਦੀ ਚਾਹਵਾਨ ਹਾਂ, ਤੇਰੇ ਦਰਸ਼ਨਾਂ ਦੀ ਤਿਹਾਈ ਹਾਂ। ਤੇਰੇ ਦਰਸ਼ਨਾਂ ਤੋਂ ਬਿਨਾਂ, ਜਿਵੇਂ ਕਿ ਬਾਣੀ ਵਿੱਚ ਨਾ ਇੱਕ ਥਾਂ ਬਹੁਤਾਤ, ਇੱਕ ਥਾਂ ਤੇ ਨਹੀਂ ਬਹੁਤਾਤ ਉਦਾਹਰਣ ਆਈ ਏ। ਜਦੋਂ ਵੀ ਜਗਿਆਸਾ ਅਵਸਥਾ ਦਾ ਜ਼ਿਕਰ ਆਇਆ, ਉਸ ਵੇਲੇ ਜਗਿਆਸੂ ਨੂੰ ਬਬੀਹਾ ਬਣਾ ਕੇ ਅੰਕਿਤ ਕੀਤਾ ਗਿਆ। ਬਾਣੀ ਵਿੱਚ ਬੜੀ ਥਾਂ ਤੇ ਲਿਖਿਆ ਕਿ ਮੇਰਾ ਮਨ ਬਬੀਹੇ ਵਤ ਤਰਲੋਮਸ਼ੀ ਹੋ ਰਿਹਾ ਹੈ। ਉੱਥੇ ਇੱਕ ਉਦਾਹਰਣ ਹੈ ਗੁਰੂ ਕੀ ਸਾਧ ਸੰਗਤ ਜੀ, ਵੇਖਿਓ ਜੇ, ਜਿਵੇਂ ਕਿ ਆਪਾਂ ਭਜਨ ਪੜ੍ਹੇ ਸੁਣੇ, ਜਿਹੜੇ ਸ਼ਬਦ ਹਜ਼ਾਰਿਆਂ ਦਾ ਨਿਤਨੇਮ ਕਰਦੇ ਹੋ, ਉਹਨਾਂ ਵਿੱਚ ਜ਼ਿਕਰ ਆਉਂਦਾ ਵੀ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਚਾਤਰਕ ਦਾ ਨਾਂ ਅਰਥ ਇੱਥੇ ਬਬੀਹਾ ਹੈ। ਮਹਾਰਾਜ ਮੇਰਾ ਮਨ ਤੇਰੇ ਦਰਸ਼ਨਾਂ ਨੂੰ ਲੋਚਦਾ ਹੈ, ਤੇ ਜਿਵੇਂ ਬਬੀਹਾ ਵਿਰਲਾਪ ਕਰਦਾ ਹੈ ਨਾ, ਉਹਦੇ ਵਾਂਗ ਮੇਰਾ ਮਨ ਤੜਫ ਰਿਹਾ ਹੈ। ਤੇ ਕਿਤੇ ਬਬੀਏ ਦੀ ਖੋਜ ਕਰਕੇ ਵੇਖੋ ਬਬੀਹਾ ਹੁੰਦਾ ਕੀ ਹੈ, ਕਿਹੜੀ ਚੀਜ਼ ਨੂੰ ਤੜਫਦਾ ਹੈ ਸਾਧ ਸੰਗਤ। ਕਿਤੇ ਬੁੱਕਾਂ ਨੂੰ, ਗ੍ਰੰਥਾਂ ਨੂੰ ਜਾਂ ਐਸੇ ਗਿਆਨ ਨੂੰ ਪ੍ਰਾਪਤ ਕਰੀਏ ਤੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਬੀਹੇ ਦੀ ਤੜਫ ਹੈ ਇੱਕ ਨਛੱਤਰ ਦੀ ਵਰੀ ਹੋਈ ਸਵਾਂਤੀ ਬੂੰਦ। ਤੇ ਉਸ ਨਛੱਤਰ ਦੀ ਵਰੀ ਹੋਈ ਸਵਾਂਤੀ ਬੂੰਦ ਭਾਵ ਕਿ ਉਹ ਇੱਕ ਖਾਸ ਮੌਸਮ ਹੈ, ਇੱਕ ਖਾਸ ਮੌਸਮ ਦੀ ਰੁੱਤ ਹੈ, ਔਰ ਉਸ ਰੁੱਤ ਦੇ ਵਿੱਚ ਇੱਕ ਸਪੈਸ਼ਲ, ਜਿਵੇਂ ਕਿ ਆਕਾਸ਼ ਵਿੱਚੋਂ ਮੀਂਹ ਪੈਂਦਾ, ਮੀਂਹ ਪੈਂਦੀਆਂ ਉਹਨੂੰ ਬੂੰਦਾਂ ਆਪਾਂ ਕਹਿੰਦੇ ਧਰਤੀ ਤੇ ਡਿੱਗਦੀਆਂ ਨੇ। ਸਾਰੇ ਮੀਂਹ ਦੀਆਂ ਬੂੰਦਾਂ ਉਹ ਨਹੀਂ ਆ, ਕਿਤੇ ਕਿਤੇ ਕਹਿੰਦੇ ਉਹ ਨਛੱਤਰ ਦੀ ਬੂੰਦ ਪੈਂਦੀ ਏ। ਜਦੋਂ ਉਹ ਬੂੰਦ ਧਰਤੀ ਤੇ ਡਿੱਗਦੀ ਏ, ਉਹ ਇੱਕ ਬਬੀਏ ਦੇ ਗਲੇ ਵਿੱਚ ਸਪੈਸ਼ਲ ਸਰਾਖ ਆ, ਹੋਲ ਆ। ਤੇ ਵੇਖੋ ਉਹ ਬੂੰਦ ਡਿੱਗਣੀ ਕਦੀ ਕਦਾਈ, ਤੇ ਡਿੱਗ ਕੇ ਜੇ ਉਹ ਸਿੱਧੀ ਉਸ ਬਬੀਏ ਦੇ ਗਲੇ ਵਿੱਚ ਡਿੱਗੇ, ਉਹਦੇ ਅੰਦਰ ਜਾਏ, ਬਬੀਆ ਤਾਂ ਸ਼ਾਂਤ ਹੁੰਦਾ ਹੈ। ਉਹਦੇ ਤੋਂ ਬਿਨਾਂ ਭਾਵੇਂ ਉਸ ਬਬੀਆਂ ਨੂੰ ਦਰਿਆਵਾਂ ਦੇ ਪਾਣੀ 'ਚ ਬਿਠਾ ਦਿਓ, ਭਾਵੇਂ ਸਮੁੰਦਰਾਂ ਦੇ ਪਾਣੀ 'ਚ ਬਿਠਾ ਦਿਓ, ਭਾਵੇਂ ਨਦੀਆਂ ਦੇ ਪਾਣੀ ਵਿੱਚ ਬਿਠਾ ਦਿਓ, ਉਹ ਕਹਿੰਦਾ ਮੈਂ ਇਹਨਾਂ ਪਾਣੀਆਂ ਨੂੰ ਅੱਗ ਲਾਉਣੀ ਹੈ, ਮੈਂ ਕੀ ਕਰਾਂ ਇਹਨਾਂ ਨੂੰ, ਕਿਉਂਕਿ ਇਹਨਾਂ ਪਾਣੀਆਂ ਨਾਲ ਮੇਰੀ ਤ੍ਰਿਪਤੀ ਨਹੀਂ ਹੈ, ਮੇਰੀ ਤੇ ਨਹੀਂ ਮਿਟਦੀ। ਇਧਰਲੇ ਬੰਨੇ ਇਹੋ ਹੀ ਉਦਾਹਰਣ ਬਣਾ ਕੇ ਜਗਿਆਸਾ ਅਵਸਥਾ ਬਣੀ ਹੈ। ਸਤਿਗੁਰੂ ਮੈਂ ਤੇਰੇ ਦਰਸ਼ਨਾਂ ਦੀ ਉਹ ਨਛੱਤਰ ਦੀ ਬੜੀ ਸਵਾਂਤੀ ਬੂੰਦ ਚਾਹੁੰਦੀ ਆ, ਤੇ ਜੇ ਇੱਥੇ ਆਣ ਕੇ ਮਹਾਰਾਜ ਕਹਿਣ ਤੈਨੂੰ ਰਾਜ ਭਾਗ ਦੇ ਦਾਂ, ਤੈਨੂੰ ਲੰਮੀ ਉਮਰ ਦੇ ਦਾਂ, ਤੈਨੂੰ ਦੁਨੀਆ ਦੀ ਪ੍ਰਤਿਭਾ ਦੇ ਦਾਂ, ਤੈਨੂੰ ਦੁਨੀਆ ਲੋਕ ਮੱਥੇ ਟੇਕਣ ਲਾ ਦਾਂ ਤੇਰੇ ਅੱਗੇ, ਤੈਨੂੰ ਬੈਕੁੰਠ ਦੀਆਂ ਮੁਕਤੀਆਂ ਦੇ ਦਾਂ, ਬੜੀਆਂ ਸਾਖੀਆਂ ਨੇ, ਬੜੀਆਂ ਉਦਾਹਰਣਾਂ ਨੇ ਇਹਦੇ ਬਦਲੇ। ਭਾਈ ਮਹਾਂ ਸਿੰਘ ਵਰਗੇ ਮੁਕਤਸਰ ਖਿਦਰਾਣੇ ਦੀ ਟਾਪ ਗੁਰੂ ਗਲਗੀਧਰ ਪਿਤਾ ਜੀ ਦੀ ਗੋਦ ਵਿੱਚ ਪਏ ਨੇ, ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬਖਸ਼ ਲਾ। ਮਹਾਰਾਜ ਕਹਿੰਦੇ ਕੀ ਚਾਹੁੰਦਾ, ਚਰਾਂ ਜੁਗਾਂ ਦੀ ਲੰਮੀ ਉਮਰ ਕਰਦਾ, ਦੁਨੀਆ ਦਾ ਰਾਜ ਭਾਗ ਦੇ ਦਾਂ, ਇੰਦਰ ਰਾਜ ਦੀ ਪਦਵੀ ਦੇ ਦਾਂ, ਬੈਕੁੰਠ ਦੀਆਂ ਮੁਕਤੀਆਂ ਚਾਹੁੰਦਾ। ਤੇ ਉਸ ਵੇਲੇ ਇੱਕੋ ਹੀ ਬਚਨ ਕੀਤਾ, ਕਹਿਣ ਲੱਗੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਦਾਤਾ ਇਸ ਰਾਜ ਭਾਗ ਦੀ ਮੇਰੀ ਕੋਈ ਮੰਗ ਨਹੀਂ। ਇਹ ਉਸੇ ਬਬੀਏ ਵਰਗਾ ਜੀਵਨ ਆ ਜਿਹੜਾ ਬਬੀਆ ਭਰਿਆ ਹੋਇਆ ਪਾਣੀਆਂ ਦੇ ਦਰਿਆਵਾਂ ਸਮੁੰਦਰਾਂ ਨੂੰ ਨਹੀਂ ਚਾਹੁੰਦਾ, ਭਾਵ ਕਿ ਦੁਨੀਆ ਦੀ ਮਾਇਆ, ਦੁਨੀਆ ਦੀ ਪ੍ਰਤਿਭਾ ਭਰਿਆ ਹੋਇਆ ਸਮੁੰਦਰ ਆ ਪਾਣੀਆਂ ਦਾ। ਪਰ ਬਬੀਆ ਕਹਿੰਦਾ ਮੈਂ ਇਹਨਾਂ ਪਾਣੀਆਂ ਨੂੰ ਨਹੀਂ ਲੋਚਦਾ, ਮੈਨੂੰ ਕੇਵਲ ਨਛੱਤਰ ਦੀ ਵਰੀ ਇੱਕ ਬੂੰਦ ਚਾਹੀਦੀ ਆ। ਉਹ ਆ ਪਰਮੇਸ਼ਰ ਦੀ ਪ੍ਰੀਤ, ਉਹ ਆ ਪਰਮੇਸ਼ਰ ਦੇ ਦਰਸ਼ਨ। ਇੱਥੇ ਵੀ ਇਹ ਬਚਨ ਹੈ ਕਿ ਖੋਜਤ ਖੋਜਤ ਭਈ ਬੈਰਾਗਨ। ਮਹਾਰਾਜ ਮੈਂ ਵੈਰਾਗਨ ਹੋ ਗਈ ਹਾਂ ਦੁਨੀਆ ਤੋਂ, ਤੇਰੇ ਦਰਸ਼ਨਾਂ ਨੂੰ ਖੋਜਦੀ ਆ, ਤੇਰੇ ਦਰਸ਼ਨਾਂ ਦੀ ਧਿਆਈ ਆ। ਇਸ ਪ੍ਰਕਾਰ ਅੱਜ ਵਾਲੇ ਸ਼ਬਦ ਵਿੱਚ ਵੀ ਇਸੇ ਸ਼ਬਦ ਦੀ ਵਿਆਖਿਆ ਹੈ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। हे ਮੇਰੇ ਮਾਲਕ ਪ੍ਰਮਾਤਮਾ ਜੀ, ਮੇਰੇ ਮਨ ਵਿੱਚ ਮੈਨੂੰ ਉਸ ਪ੍ਰਭੂ ਪ੍ਰਮਾਤਮਾ ਦੇ ਮਿਲਾਪ ਦੀ ਪ੍ਰੀਤ ਲੱਗੀ ਆ। ਮੇਰਾ ਮਨ ਚਾਹੁੰਦਾ ਮੈਂ ਉਸ ਪ੍ਰਮਾਤਮਾ ਨਾਲ ਮਿਲਾਂ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਵੀ ਜਿਸ ਦਿਨ ਤੱਕ ਭਾਵੇਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਪਹਿਰਾਵੇ ਬਣਾ ਲੇ, ਜਿੰਨੇ ਮਰਜ਼ੀ ਲਿਬਾਸ ਬਣਾਵੇ, ਭਾਵੇਂ ਜਿੰਨਾ ਮਰਜ਼ੀ ਚਿੱਟ ਕਪੜੀਆ ਬਣ ਕੇ ਤੁਰਿਆ ਫਿਰਦਾ ਹੋਵੇ, ਜਿਸ ਦਿਨ ਤੱਕ ਆਪਣੇ ਅੰਦਰ ਅਜੇ ਇਹ ਭਾਵਨਾ ਨਹੀਂ ਨਾ ਬਣੀ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਭਾਵੇਂ ਜੋ ਮਰਜ਼ੀ ਬਣਿਆ ਫਿਰ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋ, ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬੜੀ ਦੂਰ ਹੈ। ਇਹ ਜੋਤ ਦਾ ਪ੍ਰਮਾਤਮਾ ਵਿੱਚ ਮਿਲਾਪ ਨਹੀਂ ਹੋਣਾ ਅਜੇ, ਭਾਵੇਂ ਦੁਨੀਆ ਨੂੰ ਦਿਖਾਉਣ ਵਾਸਤੇ ਬਹੁਤ ਤੇਰੇ ਕੋਲ ਹੈਗਾ,
इस करके जदों तक ये वैराग वाली अवस्था ही नहीं बनी भी मैं परमात्मा तो विछड़िया वां ते विछड़े हुए ने परमात्मा नाल मिलना आ, वो मिलने की जुगती ही नहीं पुछी। असीं ते दुनिया के दारी के हिसाब किताब गुरु को भी आए, गुरु को भी अरदासां कीतियां जां कराइयां, महाराज आह कारोबार ठीक हो जाए, महाराज आह कारोबार तरक्कियां हो जान, इन्ने कारोबार ने इन्ने होर वध जान, महाराज दुध दे दिओ, पुत दे दिओ, धीआं दे दिओ, धन दे दिओ, दौलतां दे दिओ। साडियां ते डिमांडां यही ने ना, कदे मंग ते आई नहीं सच्चे पातशाह मेरी आत्मा नूं परमात्मा नाल मिला दिओ। महाराज जी जन्मां जन्मांतरां तो बहुत जन्म विछड़े थे माधो, पता नहीं किन्ने जन्म हो गए ने तेरे चरनां तो विछड़िया होया नूं, किरपा करो इस जन्म दे विच मिला दो, मिलाप बख्शो। प्रभ मिलबे कहो प्रीत मन लागी। किन्ना क प्रेम है इत्थे। जे हुण इत्थे होर बाणी दीयां उदाहरणां इत्थे लैके आईए, बाणी दीयां पंक्तियां लैके आईए, बड़ा बड़ा खुला प्रणाम है। जैतसरी दी वार दे विच इक पौड़ी आउंदी है, ਉਹਦੇ ਵਿੱਚ ਜ਼ਿਕਰ ਆਉਂਦਾ है, शायद जे मैं भुलदा नहीं, पहलियां 4 पौड़ियां महाराज उदाहरण ही दिंदे ने। ज्यों मछली बिन पानिया क्यों जीवन पावै, बूंद विहूणा चातर को कर तृपतावै, नाद कुरंग के बेदया सन्मुख उठतावै, भवर लोभी कुसुम बास का मिल आप बंधावै, त्यों संत जना हर प्रीत है, देश देख दर्श अगावै। शायद घड़ी दी सूई अगे थोड़ा चली जाएगी, क्षमा करना। कहन लगे जिवें सो हिरन है, हिरन की प्रीति मैं एक ही गल साझी करांगा, बाकी चवां जानवरां दी नहीं। 4 कीतियां ने महाराज ने इत्थे बख्शना। मच्छी का पानी नाल प्रेम किवें है, पतंगे का दीवे की लाट नाल प्रेम किवें है, भौरे का फुल की खुशबू नाल किवें प्रेम है, हिरन का इस तरीके दे नाल कंडे हेड़े दे शब्द की प्रीत किवें है। कंडे हेड़े दे शब्द, एक कहंदे चाटी जी काढ़ ना लै ले, ਉਹਦੇ ਵਿੱਚ ਚਾਟੀ ਦੇ ਉੱਤੇ ਢੱਕਣ ਲਾ ਲਿਆ, ਜਿਹਨੂੰ ਆਪਾਂ ਕਹਿੰਦੇ ਆ ਪਾ ਦਿੱਤੇ ਢੱਕਣ ਲਾ ਕੇ, ਇੱਕ ਹੋਲ ਕਰਦੇ ਨੇ, ਹੋਲ ਕਰਕੇ ਉਹਦੇ ਵਿੱਚ ਮੋਰ ਦਾ ਖੰਭ ਪਾਉਂਦੇ ਨੇ, ਮੋਰ ਦਾ ਖੰਭ ਪਾ ਕੇ ਪਤਾ ਨਹੀਂ ਕੀ ਉਹਦਾ ਸਾਜ਼ ਬਣਦਾ, ਉਹਦੇ ਉੱਪਰੋਂ ਉਸ ਮੋਰ ਦੇ ਖੰਭ ਨੂੰ ਠੁਣਕਾ ਲਾਉਂਦੇ ਨੇ ਤੇ ਥੱਲੇ ਉਹਦੇ ਵਿੱਚ ਇੱਕ ਆਵਾਜ਼ ਨਿਕਲਦੀ ਹੈ, ਉਸ ਨੂੰ ਕਹਿੰਦੇ ਘੰਡੇ ਹੇੜੇ ਦੇ ਸ਼ਬਦ ਦੀ ਆਵਾਜ਼। ਤੇ ਉਸ ਆਵਾਜ਼ ਵਿੱਚ ਪਤਾ ਨਹੀਂ ਕੀ ਭਰਿਆ ਹੈ। ਸ਼ਾਇਦ ਤੁਹਾਨੂੰ ਵੀ ਅੱਜ ਇੱਥੇ ਪਤਾ ਹੋਵੇ, ਤੁਸੀਂ ਸਾਇੰਸ ਵਿੱਚ ਜ਼ਿਆਦਾ ਰਹਿੰਦੇ ਹੋ। ਘਰਾਂ 'ਚ ਚੂਹੇ ਆਦਿਕ ਆ ਗਏ ਤੇ ਚੂਹਿਆਂ ਦੇ ਇੱਥੇ ਆਉਣ ਦੇ ਇਸ ਦੁੱਖ ਤੋਂ ਵੀ ਕਹਿੰਦੇ ਇੱਕ ਆਮ ਤੌਰ ਤੇ ਇੱਕ ਨਿੱਕਾ ਨਿੱਕਾ ਸਾਜ਼ ਆ ਟੂੰ 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 ਕਰਕੇ ਵੱਜਦਾ, ਉਹ ਜੇ ਘਰਾਂ 'ਚ ਲਾ ਦਈਏ ਤੇ ਉਹਦੀ ਆਵਾਜ਼ ਸੁਣ ਕੇ ਚੂਹੇ ਲਾਗੇ ਨਹੀਂ ਆਉਂਦੇ। ਭਾਵ ਕਿ ਇਹੋ ਜਿਹੀਆਂ ਚੀਜ਼ਾਂ ਕੁਝ ਹੈਗੀਆਂ ਨੇ। ਇਸੇ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਦੀ ਆਵਾਜ਼ ਵਿੱਚ ਹਿਰਨ ਇੰਨਾ ਪਾਗਲ ਹੁੰਦਾ, ਮਰ ਜਾਂਦਾ ਉੱਥੇ ਆਣ ਕੇ, ਭੱਜਦਾ ਨਹੀਂ। ਸ਼ਿਕਾਰੀ ਪਕੜ ਲੈਂਦੇ ਨੇ ਜਾਂ ਮਾਰ ਲੈਂਦੇ ਨੇ ਜਾਂ ਜਾਲ 'ਚ ਫਸਾ ਲੈਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਇਹਦੇ ਤੋਂ? महाराज कहते फिर जे तेरे मन का चाह है ना प्रभु नूं मिलण दा, ते उस घंडे हेड़े दे शब्द की आवाज वाली प्रीत बना ला जिवें हिरन दी प्रीत है। महाराज ये किवें हो सकदा? वो ते जानवर है, मैं वो कितना घंडे हेड़े शब्द। महाराज कहते घंडे हेड़े दे शब्द नाल नहीं, तू गुरु की आवाज नाल प्रीत बनाउणी। इस तरह महाराज कोई एग्जाम्पल ते दे के दसो, समझाओ मैं किवें समझां। महाराज कहते आ मैं तेरी बिरती नूं दमदमा साहिब की पावन धरती ते लैके जावां। लंबा इतिहास मैं 1 मिनट च समाप्त करना। कहते आ जा दमदमा साहिब की धरती ते चलीए, उत्थे दमदमा साहिब के तखत ते बह जाके ते उत्थे बह के कलगियां वाले नूं चेते कर, उतों तेनों इतिहास दे पन्ने आउणगे। जे तखत साहिब वाल नूं मत्था करके बैठा खलोता है बाहर विहड़े च, ते तेरे खब्बे पासे एक गुरुद्वारा है, ते जे मत्था टेक के बाहर नूं आउणा ते तेरे सज्जे पासे एक गुरुद्वारा बाबा बीर सिंह बाबा धीर सिंह। उत्थे जाके मत्था टेकी ते पुछी उन्हां नूं भी तुसीं कौन हो, ते उत्थों दे तैनूं बैठे हुए उत्थे बाबा धीर सिंह ते बाबा बीर सिंह दियां आत्मावां तैनूं दसणगियां कि असीं वो हां जिन्हां नूं कलगियां वाले पातशाह दे पावन चरनां विच किसी सिख ने बंदूक लिआंदी सी ते डल्ले ने कदे हंकार कीता सी, महाराज मेरियां फौजां नूं आवाज मार लैंदे, चमकौर विच नुकसान ना हुंदा, आनंदपुर विच नुकसान ना हुंदा। महाराज कहंदे कोई नहीं, समय आएगा डल्लिया, कदे समय आएगा ते लोड़ पेगी ते जरूर आवाज मारांगे। जदों उन्हें बंदूक भेटा की ते महाराज कहंदे डल्लिया आसा सामने खड़ा हो, भला बंदूक दा वार भरना है, गोली भला सही चलदी कि नहीं चलदी। डम्मा डले के पैरों थले धरती निकल गई। महाराज सामने गोली, ये किवें हो सकता? महाराज कहते फिर अपने सूरमियां नूं किस आवाज मार ला, सिपाहियां नूं आवाज मार ला। सिपाहियां कोले गया, वो भी सारे घबरा गए, ना इस तरह नहीं मरिया जाता। आ गया महाराज जी इस तरह नहीं मरदे मेरे सिर, कहते जंग दिओ। महाराज कहते बह जा, कोल बैठा। महाराज ने एक सिख भेजा, कह लगे ओ तंबू लगा है, उत्थे 2 सिख दस्तारां बन रहे ने, उन्होंने दूरों आवाज मारनी है, ना नहीं लेना किसी का, आवाज मारनी है ਸਿੰਘੋ ਤੁਹਾਨੂੰ कलगीधर पिता गुरु गोबिंद सिंह साहब ਦੀ सददे ने, ਉਹਨਾਂ ਦੇ ਹੱਥ ਵਿੱਚ ਬੰਦੂਕ ਹੈ, ਉਹ ਬੰਦੂਕ ਦੀ ਗੋਲੀ ਪਰਖਣਾ ਚਾਹੁੰਦੇ ਨੇ, आओ छाती ਚਾਹੀਦੀ ਹੈ। ਤੇ ਇਹ ਆਵਾਜ਼ ਸਿੱਖ ਦੀ ਗੁਰੂ ਸਾਹਿਬਾਂ ਵੱਲੋਂ ਆਈ
ਤੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੇ ਤੰਬੂ ਵਿੱਚ ਦਸਤਾਰਾਂ ਬੰਨ੍ਹਦਿਆਂ ਦੇ ਕੰਨੀ ਪੈਂਦੀ ਏ। ਕਿਸੇ ਨੇ ਇਹਨਾਂ ਨੂੰ ਦੋ ਭਰਾ ਕਿਹਾ, ਕਿਸੇ ਨੇ ਪਿਓ ਪੁੱਤਰ ਕਿਹਾ, ਖੈਰ ਉਹ ਵਿਚਾਰ। ਕਹਿਣ ਲੱਗੇ ਦੋਨਾਂ ਦੇ ਕੰਨੀ ਪਈ ਤੇ ਜਿੰਨੀ ਜਿੰਨੀ ਅੱਧੀ ਦਸਤਾਰ ਬੱਧੀ ਸੀ ਅੱਧੀ ਲਮਕਦੀ, ਉਸੇ ਤਰ੍ਹਾਂ ਮੋਢਿਆਂ ਤੇ ਭੱਜੇ ਆਉਂਦੇ ਨੇ ਮਹਾਰਾਜ ਵੱਲ ਨੂੰ, ਤੇ ਦੋਵੇਂ ਹੀ ਆਣ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖਲੋ ਜਾਂਦੇ ਨੇ। ਕਦੇ ਨਿੱਕਾ, ਇੱਕ ਸਰੀਰ ਕਰਕੇ ਥੋੜਾ ਨਿੱਕਾ ਸੀ, ਇੱਕ ਵੱਡਾ ਸੀ, ਅੱਗੇ ਨਿੱਕਾ ਹੁੰਦਾ ਹੈ, ਦੂਜਾ ਉਹਦੇ ਅੱਗੇ ਹੋ ਜਾਂਦਾ ਹੈ, ਫਿਰ ਨਿੱਕਾ ਅੱਗੇ ਆਉਂਦਾ ਹੈ। ਮਹਾਰਾਜ ਆਵਾਜ਼ ਮੈਨੂੰ ਪਹਿਲੋਂ ਸੁਣੀ ਹੈ, ਗੋਲੀ ਮੇਰੇ ਤੇ ਪਹਿਲੋਂ ਮਾਰੋ। ਦੂਜਾ ਕਹਿੰਦਾ ਨਹੀਂ ਮਹਾਰਾਜ ਮੈਂ ਪਹਿਲੋਂ ਤੁਰਿਆ, ਗੋਲੀ ਮੇਰੇ ਤੇ ਪਹਿਲੋਂ ਮਾਰੋ। ਕਿੰਨਾ ਚਾਅ ਚੜਿਆ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਦੀ ਹੱਥੋਂ ਚੱਲਣ ਵਾਲੀ ਬੰਦੂਕ ਦੀ ਗੋਲੀ ਖਾਣ ਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੌਤਕ ਵਰਤਾਉਂਦੇ ਹੋਏ ਡੱਲੇ ਨੂੰ ਦਿਖਾਉਂਦਿਆਂ ਆਪਣੀ ਬੰਦੂਕ ਦਾ ਵਾਰ ਕਰਦੇ ਨੇ, ਉਹਨਾਂ ਦੇ ਦੋਵਾਂ ਦੇ ਉੱਤੋਂ ਦੀ ਵਾਰ ਲੰਘਾ ਦਿੰਦੇ ਨੇ। ਤੇ ਡੱਲਾ ਪੁੱਛਦਾ ਮਹਾਰਾਜ ਇਹ ਕੀ ਕੌਤਕ? ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਡੱਲਿਆ ਤੂੰ ਕਹਿੰਦਾ ਸੀ ਤੇਰੀਆਂ ਫੌਜਾਂ ਦੇ ਸਿਪਾਹੀਆਂ ਨੂੰ ਨਹੀਂ ਮੈਂ ਸੱਦਿਆ, ਮੇਰੇ ਨਾਲ ਚਮਕੌਰ ਦੀ ਹਵੇਲੀ ਵਿੱਚ ਲੜਨ ਵਾਲੇ ਇਹੋ ਜਿਹੇ ਹੀ ਜਿਹੜੇ ਗੁਰੂ ਦੀ ਆਵਾਜ਼ ਵਿੱਚ ਵਾਰਨ ਵਾਲੇ ਨੇ, ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਉਸ ਘੰਡੇ ਹੇੜੇ ਦੀ ਸ਼ਬਦ ਦੀ ਆਵਾਜ਼, ਗੁਰੂ ਦੀ ਆਵਾਜ਼ ਸੁਣੀ ਤੇ ਆਪਾ ਵਾਰ ਦਿੱਤਾ ਹਰਨ ਦੀ ਤਰ੍ਹਾਂ। ਗੁਰੂ ਕਿਆ ਲਾਲਾ ਨੇ ਆਪਾ ਕੁਰਬਾਨ ਕਰ ਦਿੱਤਾ ਗੁਰੂ ਦੇ ਬਚਨਾਂ ਤੇ। ਜੇ ਗੁਰੂ ਦੇ ਬਚਨਾਂ ਦੇ ਉੱਤੇ ਕੁਰਬਾਨ ਹੋਣਾ ਹੈ, ਜੇ ਗੁਰੂ ਨੂੰ ਮਿਲਣਾ ਹੈ, ਜੇ ਪ੍ਰਭੂ ਨੂੰ ਮਿਲਣ ਦਾ ਚਾਹ ਹੈ, ਤੇ ਸਤਿਗੁਰੂ ਸਾਹਿਬ ਜੀ ਜਿਵੇਂ ਇਸ ਦੀ ਪਹਿਲੀ ਪੰਕਤੀ ਵਿੱਚ ਬਚਨ ਆ ਰਹੇ ਨਾ, ਕਿ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਮੇਰੇ ਵਰਗਾ ਦਿਖਾਵੇ ਮਾਤਰ ਤੇ ਬਹੁਤ ਕਹਿੰਦਾ, ਪਰ ਇਹੋ ਜੀ ਪ੍ਰੀਤ ਬਣੀ ਏ ਜਿਹਦੇ ਤੁਹਾਡੇ ਵਰਗਿਆਂ ਦੀ ਕਿਸੇ ਦੇ ਅੰਦਰ ਬਣੀ ਹੋਵੇ, ਤੇ ਤੁਹਾਡੀ ਅਰਦਾਸ ਬਣਦੀ ਏ ਕਿ ਸੱਚੇ ਪਾਤਸ਼ਾਹ ਉਸ ਮਾਲਕ ਪ੍ਰਮਾਤਮਾ ਨੂੰ ਮਿਲਣ ਦੇ ਵਾਸਤੇ ਮੇਰੇ ਮਨ ਅੰਦਰ ਬਹੁਤ ਪ੍ਰੀਤ ਲੱਗੀ ਹੈ। ਤੇ ਕੀ ਕਰੇਗੀ ਉਹਦੇ ਵਾਸਤੇ ਜੇ ਪ੍ਰੀਤ ਲੱਗੀ ਏ? ਕਹਿਣ ਲੱਗੇ ਪਾਏ ਲੱਗੋਂ ਮੋਹੇ ਕਰੋ ਬੇਨਤੀ, ਕੋਊ ਸੰਤ ਮਿਲੈ ਵਡਭਾਗੀ। ਕੋਈ ਇਹੋ ਜਿਹਾ ਵੱਡਿਆਂ ਭਾਗਾਂ ਵਾਲਾ ਸੰਤ ਹੈ ਕਿਤੇ ਮੈਨੂੰ ਉਹ ਮਿਲ ਪਏ? ਕਿਹੜਾ ਸੰਤ? ਹੁਣ ਦਿਖਾਵੇ ਦਿਖਾਉਣ ਵਾਲਾ ਨਹੀਂ, ਲੰਮੀਆਂ ਜੜਾਵਾਂ ਵਡਾਉਣ ਵਾਲਾ ਨਹੀਂ, ਭਗਵੇਂ ਭੇਗ ਬਣਾਉਣ ਵਾਲਾ ਨਹੀਂ, ਦਿਖਾਵੇ ਬਣਾਉਣ ਕੇ ਆਪਣੀ ਪੂਜਾ ਕਰਾਉਣ ਵਾਲਾ ਨਹੀਂ। ਮਹਾਰਾਜ ਕਹਿੰਦੇ ਉਹ ਸੰਤ ਮਿਲੇ ਜਿਹਦੇ ਅੰਦਰੋਂ ਆਪਣੇ ਆਪ ਦੇ ਵੱਡੇ ਪੁਣੇ ਦਾ ਦਿਖਾਵਾ ਕਰਾਉਣ ਦੀ ਭੁੱਖ ਮਰ ਗਈ ਹੋਵੇ, ਜਿਹਦੇ ਅੰਦਰੋਂ ਆਪਣੇ ਆਪ ਦਾ ਵੱਡਾ ਬਣਨ ਦਾ ਵੱਡਾ ਪੁਣਾ ਭੱਜ ਗਿਆ ਹੋਵੇ, ਨਾਸ ਹੋ ਗਿਆ ਹੋਵੇ। ਇਹ ਸੱਚੇ ਪਾਤਸ਼ਾਹ ਮੈਨੂੰ ਕੋਈ ਇਹੋ ਜਿਹਾ ਸੰਤ ਮਿਲਾ ਦਿਓ ਜਿਹਦੇ ਅੰਦਰੋਂ ਆਪਣੇ ਆਪ ਦਾ ਹੰਕਾਰ ਪੁਣਾ ਭੱਜਿਆ ਹੋਇਆ, ਤੇ ਉਹ ਕਿਰਪਾ ਕਰੇ ਮੇਰੇ ਅੰਦਰੋਂ ਵੀ ਮੇਰਾ ਹੰਕਾਰ ਭੰਨਦਾ ਹੈ, ਮੇਰੇ ਅੰਦਰੋਂ ਵੀ ਵੱਡਾ ਪੁਣਾ ਭੱਜ ਜਾਏ। ਇਹੋ ਹੀ ਨਾ ਕੱਲੀ ਸੋਚ ਲੈਣਾ ਵੀ ਸੰਤ ਦੇ ਕੋਲੋਂ ਵੱਡਾ ਪੁਣਾ ਭੱਜਾ ਹੋਣਾ ਚਾਹੀਦਾ ਹੈ। ਮਹਾਰਾਜ ਦੇ ਚਰਨਾਂ ਚ ਅਰਦਾਸ ਇਹ ਆ ਵੀ ਮਹਾਰਾਜ ਮੈਨੂੰ ਉਹ ਰੱਬ ਦਾ ਪਿਆਰਾ ਮਿਲਾਓ ਜਿਹਨੂੰ ਆਪਣੇ ਆਪ ਦਾ ਕੋਈ ਵੱਡੇ ਪੁਣੇ ਹੋਣ ਦਾ ਚਾਅ ਨਹੀਂ, ਵੱਡਾ ਪੁਣਾ ਉਹਦਾ ਭੱਜਾ ਹੋਇਆ ਹੈ, ਤੇ ਕਿਰਪਾ ਕਰੇ ਮੇਰੇ ਗਰੀਬ ਤੇ ਤਰਸ ਕਰੇ। ਮੇਰੇ ਅੰਦਰ ਵੀ ਜਿਹੜਾ ਹੰਕਾਰ ਛਾਲੇ ਮਾਰਦਾ ਹੈ ਉਹ ਮੇਰੇ ਅੰਦਰ ਦਾ ਵੀ ਵੱਡਾ ਪੁਣਾ ਭੰਨਦਾ ਹੈ, ਮੇਰੇ ਅੰਦਰੋਂ ਵੀ ਹੰਕਾਰ ਚ ਭੱਜਦਾ ਹੈ। ਤੇ ਕੀ ਕਰੇਗੀ? ਕਹਿਣ ਲੱਗੇ ਪਾਏ ਲੱਗੋਂ ਮੋਹੇ ਕਰੋ ਬੇਨਤੀ, ਮੈਂ ਉਹਦੇ ਪੈਰੀ ਲੱਗਾਂਗਾ, ਮੈਂ ਉਹਦੇ ਚਰਨਾਂ 'ਚ ਹੱਥ ਜੋੜ ਜੋੜ ਕੇ ਬੇਨਤੀ ਕਰਾਂਗਾ ਕਿ ਮੈਨੂੰ ਵੀ ਵੱਡੇ ਪੁਣੇ ਤੋਂ ਦੂਰ ਕਰ ਦੇ, ਮੇਰੇ ਅੰਦਰੋਂ ਹੰਕਾਰ ਮਿਟ ਦੇ, ਮੈਨੂੰ ਰੱਬ ਨਾਲ ਮਿਲਾ ਦੇ, ਮੈਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਮੇਲ ਦੇ। ਰਹਾਓ ਵਿਸਰਾਮ ਦੇ ਕੇ ਫਰਮਾਨ ਕਰਦੇ ਨੇ, ਕਹਿੰਦੇ ਹੋਰ ਵੀ ਕੁਝ ਹੈਗਾ ਤੇਰੇ ਕੋਲੇ ਅਰਪਣ ਵਾਸਤੇ? ਕਹਿਣ ਲੱਗੇ ਹਾਂ, ਮਨ ਅਰਪੋਂ ਧਨ ਰਾਖੋਂ ਆਗੈ, ਮਨ ਕੀ ਮਤ ਮੋਏ ਸਗਲ ਤਿਆਗੀ। ਮੈਂ ਤਾਂ ਮਨ ਵੀ ਆਪਣਾ ਉਹਦੇ ਅੱਗੇ ਰੱਖ ਦੇਵਾਂਗਾ। ਬੜੀਆਂ ਸਾਖੀਆਂ ਆਉਂਦੀਆਂ ਨੇ ਅਸ਼ਟਾ ਬੱਕਰ ਵਰਗਿਆਂ ਦੀਆਂ, ਖੈਰ ਉਹ ਵਿਚਾਰ ਸਮਾਂ ਇਜਾਜ਼ਤ ਨਹੀਂ ਦਿੰਦਾ। ਕਹਿਣ ਲੱਗੇ ਮਨ ਰੱਖਣਾ ਸਭ ਤੋਂ ਔਖਾ ਹੈ। ਗੱਲਾਂ ਤੇ ਬੜੀਆਂ ਕਰ ਲੈਨੇ ਵੀ ਨਹੀਂ ਜੀ ਨਹੀਂ, ਸਾਨੂੰ ਅੰਮ੍ਰਿਤ ਛਕਣ ਦੀ ਥੋੜਾ ਲੋੜ ਆ, ਅੰਮ੍ਰਿਤ ਛਕਣ ਵਾਲਿਆਂ ਦੇ ਹਿਰਦਿਆਂ 'ਚ ਵਾਲੀ ਬੜੇ ਨੇ, ਅਸੀਂ ਤੇ ਮਨ ਦੇ ਸਾਫ਼ ਆ। ਸਭ ਤੋਂ ਔਖਾ ਹੈ ਮਨ ਸਾਫ਼ ਕਰਨਾ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਹਾਰਾਜ ਅੱਗੇ ਦੱਸਣਾ, ਹੁਣ ਸਵਾਲ ਆਉਣਾ ਫਿਰ। ਕਹਿੰਦਾ ਸਭ ਤੋਂ ਪਹਿਲੋਂ ਅੱਖਰ ਹੈ ਮਨ ਅਰਪੋਂ, ਧਨ ਰਾਖੋਂ ਆਗੈ। ਤੇ ਫਿਰ ਮੈਂ ਆਪਣੀ ਧਨ ਰੋਕੜੀ ਜੋ ਮੈਨੂੰ ਮਿਲੇ ਪਦਾਰਥ ਮੇਰੇ ਪ੍ਰਮਾਤਮਾ ਨੇ ਦਿੱਤੇ ਨੇ, ਜੇ ਕੋਈ ਰੱਬ ਦਾ ਪਿਆਰਾ ਮੇਰੇ ਹੰਕਾਰ ਨੂੰ ਤੋੜ ਕੇ ਮੈਨੂੰ ਰੱਬ ਨਾਲ ਮਿਲਾ ਦੇ, ਮੈਂ ਸਾਰਾ ਧਨ ਦੌਲਤ ਉਹਦੀ ਭੇਟਾ ਰੱਖ ਦੇਵਾਂ। ਤੇ ਅਗਲਾ ਸਵਾਲ ਫਿਰ ਆਇਆ, ਮਨ ਕਿਵੇਂ ਅਰਪਿਤ ਕਰਨਾ ਭਾਈ? ਧਨ ਦੌਲਤ ਵਾਲੀ ਗੱਲ ਤੇ ਮੰਨ ਲਈ ਵੀ ਤੇਰੇ ਕੋਲੇ ਪੈਸੇ ਆ, ਤੇਰੇ ਕੋਲੇ ਜਵਾਹਰਾਤ ਆ, ਹੀਰੇ ਆ, ਸੋਨਾ ਆ, ਰੱਖ ਸਕਦਾ ਹੈ ਭੇਟਾ। ਮਨ ਕਿਵੇਂ ਭੇਟਾ ਕਰਨਾ ਹੀ ਹੋ? ਤੇ ਮਹਾਰਾਜ ਸਾਹਿਬ ਜੀ ਮਾਨੋ ਇਸੇ ਸਵਾਲ ਦੇ ਨਾਲ ਹੀ ਜੁਗਤੀ ਦੱਸਦੇ ਨੇ। ਕਹਿਣ ਲੱਗੇ ਮਨ ਭੇਟਾ ਕਿਵੇਂ ਹੋਣਾ ਹੈ? ਮਨ ਕੀ ਮਤ ਮੋਹੇ ਸਗਲ ਤਿਆਗੀ। ਮਨ ਦਾ ਭੇਟਾ ਕਰਨ ਦਾ ਅਰਥ ਆ ਵੀ ਜੇ ਗੁਰੂ ਅੱਗੇ ਆਪਣੇ ਮਨ ਦੀ ਭੇਟਾ ਕੀਤੀ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਮਨ ਦੇ ਸੰਕਲਪ ਨਹੀਂ, ਮਨ ਦੀ ਮਤ ਨਹੀਂ, ਮਨ ਦੀ ਸੋਚ ਨਹੀਂ, ਮਨ ਦੀ ਸੋਚ ਸਾਰੀ ਮੈਂ ਤਿਆਗ ਦੇਵਾਂਗਾ। ਜੋ ਗੁਰੂ ਕਹੇਗਾ ਫਿਰ ਉਹ ਮੰਨਾਂਗਾ।
जो गुरु उपदेश देगा मैं वो मनागा। मन अर्पित करने का मतलब है अपने मन की मत त्यागनी, मन की सोच छड्डनी। इस करके महाराज जी मैं मन भी अर्पांगा, मैं धन भी भेटा करांगा, मैं अपने मन नूं अर्पण रूप अपने मन की मत भी त्याग देवांगा। फिर सतगुरु सच्चे पातशाह जी के पवित्र चरणों में अरदास हुंदी है, जो इथों तक बचन आया, जो प्रभ की हर कथा सुनावे अन दिन फिरो तिस पिछे विरागी। हुण मेरे वर्गे दे मगर ना तुरे फिरियो भी कथा सुनाउंदा, कथा ये नहीं है, मैंने तो पता नहीं किन्नियां दे नाल तलखी लगी हुई है इत्थे बैठे हुए। मन कथा वार्ता वो है जो निर्गुण दे सरगुण ब्रह्म परमेश्वर वाहिगुरु दे गुणां दी गल करे। कथा गुरमत दी वो है जिहड़ा गुरबाणी दी पंक्ति दे नाल मिलते हुए उस मजहब दे विच उस रूप दे विच जो उपदेश है उदाहरणा दे के साडे मन नूं रोक के इहदे नाल जोड़ ले। कथा वो है जिहड़ी परमेश्वर दे तटस्थी गुणां दा व्याख्यान करदी होवे ते परमेश्वर दे स्वरूप गुणां दा व्याख्यान करदी होवे। कथा वो आ जेड़ा निर्गुण ते सरगुण दी सोच दे दे तेरे सामने, वो कथा आ। हर कियां कथा कहानियां गुरमीत सुनाइयां, बलिहारी गुरे अपने गुर को बल जाइया। इस करके सतगुरु सच्चे पातशाह जी जेड़ा मैनू उस मालक निर्गुण ब्रह्म सरगुण ब्रह्म परमेश्वर दे तटस्थी गुण परमेश्वर दे स्वरूप गुण ये व्याख्या मंगते हैं सारियां चीजां। जाप साहब की तुसीं बाणी पढ़ते हो, जेड़े नहीं पढ़ते पढ़िया करो, गुरसिੱਖੀ का मार्ग ही होया। जाप साहब की बाणी पढ़ते हो, शायद जे मैं भुलदा नहीं तो 199 पौड़ियां ने, ते 199 पौड़ियां दे विच विद्वानां दी राय आ भी 2000 दे करीब करीब परमेश्वर का नाम आ। इस जाप साहब की एक बाणी विच हजारां नाम ने परमेश्वर के उचारण किए कलगीधर पिता जी ने, ते एक एक नाम कह के नाल कहंदे महाराज तेरे अगे नमस्कार आ, तेरे अगे नमस्कार है। नमस्तंग का अर्थ भी नमस्कार है, नमो का अर्थ भी नमस्कार है। भाव के इन्नी वार इको बाणी विच नमस्कारां करदे ने कलगीधर पिता जी। सतगुरु सच्चे पातशाह जी दे ये कथे हुए सारे गुण जिहड़े ना वो परमेश्वर दे तटस्थी गुण आ। तटस्थी गुण उन्हां नूं कहा जाता है जेड़ा परमेश्वर किसी ना किसी रूप विच प्रगट हो के अपने भगतां दी अपने प्यारियां दी किसी एक कारण राखी करन आया ते मुड़ के लोप हो गया। उन्होंने दमोदर कह लो, उन्होंने मुरारी कह लो, उन्होंने इस तरीके का नरसिंह कह लो, उन्होंने बल रूप कह लीए, ये सारे जिहड़े गुण ने तटस्थी गुण ने परमेश्वर के। ते स्वरूप गुण इन्हां दी व्याख्या तो बहुत हो सकती है, पर सौखे रूप में गुरु गाणी विचों आपां पढ़ना होवे ते जिन्हों क्या आद सच जुगाद सच है भी सच नानक होसी भी सच। कला पढ़न तक सीमित नहीं रहना, ये मन्निया जाए मन करके कि परमेश्वर सदा सच सी सच है सच रहेगा। ये परमेश्वर के अपने स्वरूप के गुण ने। ते तटस्थी गुण होंदे ने जिहड़े किसी कारण करके स्वरूप धारिया मुड़ के लोप हो गए, वो गुण महाराज कहते जिहड़ा इस तरह परमेश्वर के तटस्थी गुणा ते स्वरूप गुणा की कथा व्याख्यान करके दसे, मैं उहदे मगर वैरागी होके फिरांगी। जिहड़ा मैनूं उस परमात्मा नाल मिला दे, अन दिन फिरो तिस पिछे विरागी, विरागी होकर उहदे पिछे फिरांगी। ते वचन की आ रहा, पूर्व कर्म अंकुर जब प्रगटे, कह लगे जिवें इवें इवें दियां बेनतियां करांगे ते पिछले पूर्वले जन्मां दे अंकुर जदों प्रगट होए शुभ कर्मां दे प्रेम दे। भाव के पूर्वले जन्मां विच कीते कर्मां दा प्रेम जदों प्रगट होया, उस वेले की होया जी, निशानी की है, भेटियो पुरख रसक बैरागी। पुरख का अर्थ है इत्थे पूर्ण परमात्मा कह लीए, इत्थे पुरख का अर्थ विद्वानां ने कईयां ने बंदे भी लाया, साधु संत भी लाया, पर महापुरुषों ने व्याख्या करदे कहन लगे रसक ते बैरागी, ये दोवां अखरां की व्याख्या करनी होवे ते कोई भी बंदा इहदे बराबर भावें कोई वड्डे तो वड्डा साध संत है, ये रसक ते बैरागी गुणां दे विच पूरा नहीं उतर सकदा। रसक ते बैरागी गुण जिहड़े ने वो गुरु दे ही हो सकते हैं। टूक मात्र ते रसक रस लैण वाला परमेश्वर के नाम की बंदगी विचों ते कलगीधर पिता जी आप कहते हैं कि सो अब मैं अपनी कथा बखानो तब साधत ए विद मोहे आनो, तह हम करत तपस्या भयो द्वै ते एक रूप होया गयो। किहो जी अवस्था च कहन लगे चेतना भयो हमरो आवन कह, चुभी रही सुरत प्रभ चरणन में है। यह है परमेश्वर के नाम का रस। कदे आया सानू,
कदे दिल कीता सवेर वेले भी उठ करके बाणी पढ़न लगे तो मुड़ के कोई वाजा मारदा होवे भी ब्रेकफास्ट कर लो, तो कदे होया भी जी करे भी ना ना ब्रेकफास्ट की लोड़ नहीं, हुण ते परमेश्वर का नाम चो ही रस इन्ना आ रहा भी मैं नहीं करना। परमेश्वर कलगीधर पिता जी कहते हैं परमेश्वर के नाम रस में इन्नी बिरती जुड़ी सी, साडा दुनिया ते आउण नूं जी नहीं सी करदा, पर अकाल पुरख के हुक्म अनुसार सानू आउणा पिया। ते सच्ची जाने गुरु की प्यारी साध संगत, मैं तो गुरु की ताबिया बह के कह सकदा, तुहाडा मैनूं पता नहीं भी सच्चे पातशाह साडा ते तेरी दुनिया तो जाण नूं जी नहीं करदा, क्योंकि इत्थे रस बड़े मिलते हैं। साडा ते इत्थों जाण नूं जी नहीं करदा, तूं ते कहना मेरा आउण नूं जी नहीं सी करदा इत्थे, क्योंकि मैं तो फांसी इन्ना गया इत्थे आण के, इत्थों जाण नूं दिल नहीं करदा। जदों किते कोई आण के कह देना भी मर जाना तूं जां मौत आ जानी आ, ते वड वडेरियां बुझ ना इहो जिहे अखर नहीं बोली ते मौत वर्गे थोड़ा बोली दे, सुनना ही नहीं चाहता कोई भी इत्थों दुनिया तो जाना है। रसक किदां हो सकते हैं असीं? परमेश्वर के नाम के रसीए किवें हो सकते हैं? परमेश्वर के नाम के रास्ते तो बहुत दूर बैठे हाँ। ते बैरागी इस रस विच गए हुए नूं दुनिया की मोह ममता तो बैराग होया, ते कलगीधर पिता सतगुरु सच्चे पातशाह ने अपना सारे का सारा परिवार कुर्बान किया, ते दुनिया के मोह च नहीं फसिया। असीं ते अपना धी पुत कोई गलत काम करके भी आवे ना, भावें उहदे नाल लामा लैके कोई आ तुहाडे पुत ने आ गलत करता, मनण नूं तैयार ही नहीं हुंदे भी इहने गलत कीता, मोह फसे है ना दुनिया दे। पर रसक बैरागी सारे का सारा परिवार कुर्बान हो गया अपने देश तो, ते कलगीधर पिता नूं भाई धर्म सिंह होना ने आण के पुछया, वैराग कीता, नेत्रां तो जल दे डोले डोले, ते बेनती की महाराज सारा परिवार कुर्बान कर दिता, साहिबजादे भी शहीद करवा ले। ते सतगुरु सच्चे पातशाह जी कहने लगे धरती की इस मिट्टी च लकीरां कड्डो, लकीरां कढ़ के मुड़ के कहंदे मेट दिओ। कहने लगे इन्हां लकीरां दा चा चढ़िया सी कोई तुहानूं निकलण दा? कहंदे जी नहीं। कहंदे मुड़ के मेट दित्तियां कोई दुख होया? कहने लगे जी नहीं, मिटण दा भी कोई दुख नहीं। कहने लगे मैं अपने परिवार नूं इन्हां धरती दीयां मिट्टी च लकीरां वांग ही समझिया सी, मैनूं उन्हां दे दुनिया दे विच पैदा होके आउण तो तुहाडी दुनिया वाली खुशी नहीं होई, क्योंकि दुनिया वांग मैं अपने पुत्तां दे पैदा होण ते शराब कबाब नहीं उड़ाए, मैं इस तरह की खुशी नहीं मनाई दुनिया ते जो दुनिया तो चले गए ने वो जेड़े काम वास्ते आए सी वो अपना काम करके गए ने, मैनूं वैराग मैनूं दुख नहीं कोई उन्हां दे जाण दा। इहो जिहा वैरागी कोई बंदा थोड़ा हो सकदा। बड़ियां उदाहरणां गुरु साहिबां दे जीवन चों मिल सकदियां ने। रसक ते बैरागी दोवें ही गुण वेखणे होण, आओ लाहौर चलीए। लाहौर बैठे तत्ती तवी ते बैठे गुरु अर्जन देव सिंह नूं पुछो महाराज की हुंदा है? कहंदा तेरा किया मीठा लागै, हर नाम पदार्थ ना कमांगा। वो आ रसक ते बैरागी। इस करके महाराज कहंदे पूर्व कर्म अंकुर जब प्रगटे, पूर्व ले कर्मा करके कर्मा दे प्रेम भाग करके जदों ये प्रेम दा अकूर पैदा होया, भेठिओ बुरख रसक बैरागी। उदों ये गुरु मिलिया, उदों गुरु मिलिया, उदों ये रस वाला ते बैराग वाला गुरु मिलिया। ते जिन्हां ने रस वाला ते बैराग वाला गुरु धारण कर लिया वो इसे गुणा के धारनी हो गए। समाप्ति दीयां पंक्तियां आ रही ने, फिर होया कि मिटिओ अंधेर मिलत हर नानक, जन्म जन्म की सोई जागी। सच्चे पातशाह ऐसे गुरु नूं मिल के जिहड़ा जन्मां जन्मांतरां विच मेरे अंदर अज्ञानता दा अविद्या दा हनेरा छाया होया सी ना, वो मिट गया। हुण जन्मां जन्मांतरां दी इस अविद्या ते अज्ञानता दे विच सुत्ती होई मेरी बिरती ज्ञान जागृत अवस्था विच जाग पई। बड़ा वैरा इहदा होर विस्तार हो सकदा है, खैर खिमा करियो जी, घड़ी दी सूई भी टाइम तो अगे लंघ गई है। मेरे कोलों भी तुहाडे ये बेनती करदियां होयां, विचार सांझी करदियां होयां बेअंत प्रकार दीयां उणताइयां ते गलतियां भी हो गईयां होणगीयां। किसी का मेरे बोले हुए अखरां तो दिल दुखिया होवे, किरपा करनी सारियां भुल्लां ना चितारनियां, पर गुरु के शब्द नूं, गुरु के उपदेश नूं जरूर अपने हिरदे दे थां देना। गुरु की कृपालता के पात्र बन सकीए, गुरु की रहमत के पात्र बन सकीए। भुलां गलतियां की मुआफी जी अगे वास्ते समत बख्शिश करनी। वाहिगुरु जी का खालसा, वाहिगुरु जी की फतेह।